मैं जी वेट लिफ्टिंग गेम करता ਸੀ ਤੇ ਬਾਅਦ 'ਚ ਮੈਨੂੰ ਕੋਈ ਜੋਬ ਨਹੀਂ ਮਿਲੀ ਤੇ ਕਰਕੇ ਫਿਰ ਖਰਚਾ ਜ਼ਿਆਦਾ ਹੀ ਗੇਮ ਦਾ ਹੋਣ ਕਰਕੇ ਫਿਰ ਮੈਨੂੰ ਗੇਮ ਛੱਡਣੀ ਪਈ ਹੈ। ਤਾਂ ਜਦ ਅਸੀਂ ਤੁਹਾਡੇ ਘਰ ਆਏ ਆ ਤਾਂ ਦੇਖਿਆ ਕਿ ਤੁਸੀਂ ਝੋਨਾ ਲਗਾ ਰਹੇ ਸੀ, ਆਪ ਟਰੈਕਟਰ ਨਾਲ ਆਪ ਕੰਮ ਕਰ ਰਹੇ ਸੀ। ਤਾਂ ਹੁਣ ਫਿਰ ਗੇਮ ਛੱਡਣ ਤੋਂ ਬਾਅਦ ਤੁਸੀਂ ਫਿਰ ਖੇਤੀਬਾੜੀ ਦਾ ਧੰਦਾ ਅਪਣਾ ਲਿਆ। ਹਾਂਜੀ ਫਿਰ ਗੇਮ ਛੱਡ ਕੇ ਖੇਤੀ ਕਰਨੀ ਪੈਣੀ ਜੀ। ਕੀ ਤੁਸੀਂ ਫਿਰ ਆਉਣ ਵਾਲੇ ਸਮੇਂ 'ਚ ਆਪਣੇ ਬੱਚਿਆਂ ਨੂੰ ਸਪੋਰਟਸ ਵੱਲ ਪਾਓਗੇ? ਨਹੀਂ ਜੀ, ਜੇ ਮੈਨੂੰ ਜੋਬ ਮਿਲੀ ਹੁੰਦੀ ਫਿਰ ਮੇਰੇ ਵੱਲ ਵੇਖ ਕੇ ਹੋਰ ਵੀ ਮੇਰੇ ਪਿੰਡ ਤੋਂ ਕੋਈ ਹੋਰ ਹੁੰਦੇ ਬੱਚੇ ਤਿਆਰ ਕਰਦਾ, ਮੈਂ ਹੋਰ ਬੱਚੇ ਗੇਮ ਕਰਦੇ। ਹੁਣ ਤਾਂ ਇਹੋ ਹੀ ਹੈ ਕਿ ਮੇਰੇ ਵੱਲ ਵੇਖ ਕੇ ਕੁਝ ਇਹਨੇ ਵੀ ਨਹੀਂ ਜਾਣਾ ਕਿ ਉਹਨੂੰ ਤਾਂ ਕੁਝ ਨਹੀਂ ਮਿਲਿਆ। ਵੱਡੇ ਬਾਦਲ ਸਾਹਿਬ ਪ੍ਰਕਾਸ਼ ਸਿੰਘ ਬਾਦਲ ਉਹਨਾਂ ਨੂੰ ਮਿਲੇ ਹਾਂ ਅਤੇ ਉਹ ਕਹਿੰਦੇ ਸੀ ਆਪਣੇ MLA ਸਾਹਿਬ ਨੂੰ ਲੈ ਕੇ, ਅਤੇ ਵੀਰ ਸਿੰਘ ਲੁੱਪ ਗਿਆ ਪਹਿਲੇ ਹੀ, ਇਹਨਾਂ ਨੂੰ ਲੈ ਕੇ ਅਸੀਂ ਕਹਿੰਦੇ ਲਾਏ ਉਮਰ। ਅਸੀਂ ਉਹਨਾਂ ਨੂੰ ਕਿਹਾ ਜੀ ਇੱਦਾਂ ਕਿਹਾ ਸੀ ਅਤੇ ਤੁਸੀਂ ਸਾਡੇ ਨਾਲ ਚੱਲੋ, ਉਹ ਸਾਡੇ ਨਾਲ ਅੱਗੇ ਤੁਰੇ ਹੀ ਨਹੀਂ। ਭਾਈ ਸੁੱਖ ਸਰਕਾਰੀਆ ਉਹਨਾਂ ਕੋਲ ਗਏ ਜੀ, ਉਹ ਕਹਿੰਦੇ ਮੇਰੀ ਸਰਕਾਰ ਆਊ ਅਤੇ ਪਹਿਲ ਦੇ ਆਧਾਰ 'ਤੇ ਤੁਹਾਨੂੰ ਜੋਬ ਦੇਵਾਂਗੇ। ਬਾਅਦ 'ਚ ਜਦੋਂ ਸਰਕਾਰ ਬਣੀ ਫਿਰ ਗਏ ਜੀ, ਫਿਰ ਕੋਈ ਜੋਬ ਨਹੀਂ ਉਹਨਾਂ ਦਿੱਤੀ ਅਤੇ ਕੋਈ ਮਾਯੂਸੀ ਹੱਥ ਲੱਗੀ ਜੀ। ਦ TV ਦੇਖ ਰਹੇ ਹੋ ਤੁਸੀਂ, ਮੈਂ ਪ੍ਰਦੀਪ ਅਰੋੜਾ ਇਸ ਸਮੇਂ ਮੌਜੂਦ ਹਾਂ ਹਲਕਾ ਲੋਪੋਗੇ ਦੇ ਵਿੱਚ। ਅੱਜ ਅਸੀਂ ਤੁਹਾਡੀ ਉਸ ਨੌਜਵਾਨ ਨਾਲ ਮੁਲਾਕਾਤ ਕਰਵਾਉਣ ਜਾ ਰਹੇ ਹਾਂ ਜਿਸ ਨੇ ਮਾਯੂਸੀ ਦੇ ਵਿੱਚ ਗੇਮ ਛੱਡਤੀ, ਔਰ ਅਸੀਂ ਇਹਨਾਂ ਕੋਲੋਂ ਜਾਣਾਂਗੇ ਕਿ ਗੇਮ ਛੱਡਣ ਦਾ ਕੀ ਕਾਰਨ ਸੀ। ਹਾਂਜੀ ਭਲਵਾਨ ਜੀ, ਕੀ ਕਾਰਨ ਸੀ ਜੀ ਗੇਮ ਛੱਡਣ ਦਾ? ਗੇਮ ਇਹ ਜੀ, ਮੈਨੂੰ ਇੱਕ ਤਾਂ ਜੋਬ ਨਹੀਂ ਹੈਗੀ ਅਤੇ ਇੱਕ ਗੇਮ ਦਾ ਖਰਚਾ ਬਹੁਤ ਜ਼ਿਆਦਾ ਸੀ, ਉਹਦੇ ਕਰਕੇ ਫਿਰ ਮੈਨੂੰ ਗੇਮ ਛੱਡਣੀ ਪਈ ਜੀ। ਕਿਹੜੀ ਸਾਡੇ ਦਰਸ਼ਕਾਂ ਨੂੰ ਵਿਸਤਾਰ ਨਾਲ ਦੱਸੋ ਕਿ ਕਿਹੜੀ ਗੇਮ ਕਰਦੇ ਸੀ ਔਰ ਕਿਉਂ ਛੱਡੀ? ਮੈਂ ਜੀ ਵੇਟ ਲਿਫਟਿੰਗ ਗੇਮ ਕਰਦਾ ਸੀ ਅਤੇ ਬਾਅਦ 'ਚ ਮੈਨੂੰ ਕੋਈ ਜੋਬ ਨਹੀਂ ਮਿਲੀ ਅਤੇ ਕਰਕੇ ਫਿਰ ਖਰਚਾ ਜ਼ਿਆਦਾ ਹੀ ਗੇਮ ਦਾ ਹੋਣ ਕਰਕੇ ਫਿਰ ਮੈਨੂੰ ਗੇਮ ਛੱਡਣੀ ਪਈ ਹੈ। ਤਾਂ ਕਦ ਤੋਂ ਸ਼ੁਰੂਆਤ ਹੁੰਦੀ ਹੈ ਤੁਹਾਡੀ ਗੇਮ ਦੇ ਵਿੱਚ? ਕਰੋ ਤੋਂ ਤੁਹਾਡੀ ਰੁਚੀ ਹੁੰਦੀ ਹੈ ਔਰ ਕਦ ਤੋਂ ਤੁਸੀਂ ਗੇਮ ਸ਼ੁਰੂ ਕਰਦੇ ਹੋ? 2005 ਤੋਂ ਮੈਂ ਗੇਮ ਸ਼ੁਰੂ ਕੀਤੀ। 2008 'ਚ ਜਾ ਕੇ ਮੈਂ ਨੈਸ਼ਨਲ ਖੇਡੀ। 2012 'ਚ ਮੈਂ ਇੰਟਰਨੈਸ਼ਨਲ ਪਲੇਅਰ ਬਣਿਆ ਜੀ। ਕਾਮਨਵੈਲਥ ਮੇਰਾ ਸਿਲਵਰ ਮੈਡਲ ਸੀ, ਏਸ਼ੀਆ ਮੇਰੇ 4th ਪੋਜੀਸ਼ਨ ਸੀ। ਹਾਂਜੀ। ਤਾਂ ਕੀ ਕਾਰਨ ਕੀ ਸੀ ਗੇਮ ਛੱਡਣ ਦਾ? ਗੇਮ ਇਹੋ ਹੀ ਕਿ ਇੱਕ ਤਾਂ ਜੋਬ ਨਹੀਂ ਕੋਈ ਮਿਲੀ, ਕੋਈ ਬੰਦਾ ਸਨਮਾਨ ਨਹੀਂ ਕਿਸੇ ਗੌਰਮੈਂਟ ਨੇ ਕੋਈ ਦਿੱਤਾ ਹੈ, ਇਹ ਕਰਕੇ ਖਰਚਾ ਜ਼ਿਆਦਾ ਸੀ ਗੇਮ ਦਾ, ਉਹਦੇ ਕਰਕੇ ਫਿਰ ਮੈਨੂੰ ਗੇਮ ਛੱਡੀ। ਤਾਂ ਤੁਸੀਂ ਜਿਹੜੇ ਤੁਹਾਡੇ ਇੱਥੋਂ ਦੇ ਪੋਲੀਟੀਕਲ ਲੋਕ ਨੇ ਉਹਨਾਂ ਨਾਲ ਜਾਂ ਕਿਸੇ ਸਰਕਾਰੀ ਜਿਹੜਾ ਅਧਿਕਾਰੀ ਹੋਏਗਾ ਸਪੋਰਟਸ ਨਾਲ ਰਿਲੇਟਡ, ਕਿਸੇ ਨਾਲ ਸੰਪਰਕ ਨਹੀਂ ਕੀਤਾ ਕਦੀ? ਹਾਂਜੀ, ਇੱਥੇ ਬਾਦਲ ਸਾਹਿਬ ਆਏ ਸੀ, ਵੱਡੇ ਬਾਦਲ ਸਾਹਿਬ ਪ੍ਰਕਾਸ਼ ਸਿੰਘ ਬਾਦਲ, ਉਹਨਾਂ ਨੂੰ ਮਿਲੇ ਹਾਂ ਅਤੇ ਉਹ ਕਹਿੰਦੇ ਸੀ ਆਪਣੇ MLA ਸਾਹਿਬ ਨੂੰ ਲੈ ਕੇ, ਅਤੇ ਵੀਰ ਸਿੰਘ ਲੁੱਪ ਗਿਆ ਪਹਿਲੇ ਹੀ, ਇਹਨਾਂ ਨੂੰ ਲੈ ਕੇ ਅਸੀਂ ਕਹਿੰਦੇ ਲਾਏ ਮੇਰੇ ਕੋਲ। ਅਸੀਂ ਉਹਨਾਂ ਨੂੰ ਕਿਹਾ ਜੀ ਇੱਦਾਂ ਕਿਹਾ ਸੀ ਅਤੇ ਤੁਸੀਂ ਸਾਡੇ ਨਾਲ ਚੱਲੋ, ਉਹ ਸਾਡੇ ਨਾਲ ਅੱਗੇ ਤੁਰੇ ਹੀ ਨਹੀਂ। ਭਾਈ ਸੁੱਖ ਸਰਕਾਰੀਆ ਉਹਨਾਂ ਕੋਲ ਗਏ ਜੀ, ਉਹ ਕਹਿੰਦੇ ਮੇਰੀ ਸਰਕਾਰ ਆਊ ਅਤੇ ਪਹਿਲ ਦੇ ਆਧਾਰ 'ਤੇ ਤੁਹਾਨੂੰ ਜੋਬ ਦੇਵਾਂਗੇ। ਬਾਅਦ 'ਚ ਜਦੋਂ ਸਰਕਾਰ ਬਣੀ ਫਿਰ ਗਏ ਜੀ, ਫਿਰ ਕੋਈ ਜੋਬ ਨਹੀਂ ਉਹਨਾਂ ਦਿੱਤੀ ਅਤੇ ਕੋਈ ਮਾਯੂਸੀ ਹੱਥ ਲੱਗੀ ਜੀ। ਤਾਂ ਜਦ ਅਸੀਂ ਤੁਹਾਡੇ ਘਰ ਆਏ ਆ ਤਾਂ ਦੇਖਿਆ ਕਿ ਤੁਸੀਂ ਝੋਨਾ ਲਗਾ ਰਹੇ ਸੀ, ਆਪ ਟਰੈਕਟਰ ਨਾਲ ਆਪ ਕੰਮ ਕਰ ਰਹੇ ਸੀ। ਤਾਂ ਹੁਣ ਫਿਰ ਗੇਮ ਛੱਡਣ ਤੋਂ ਬਾਅਦ ਤੁਸੀਂ ਫਿਰ ਖੇਤੀਬਾੜੀ ਦਾ ਧੰਦਾ ਅਪਣਾ ਲਿਆ। ਹਾਂਜੀ, ਫਿਰ ਗੇਮ ਛੱਡ ਕੇ ਖੇਤੀ ਕਰਨੀ ਪੈਣੀ ਜੀ, ਕਿਉਂਕਿ ਆਪਣੀ ਫੈਮਿਲੀ ਦਾ ਪਾਲਣ ਪੋਸ਼ਣ ਕਰਨ ਵਾਸਤੇ ਮੈਨੂੰ ਗੇਮ ਛੱਡ ਕੇ ਫਿਰ ਖੇਤੀ ਕਰਨੀ ਪੈਂਦੀ ਹੈ। ਤਾਂ ਕਿੰਨਾ ਕੁ ਖਰਚਾ ਆ ਜਾਂਦਾ ਸੀ ਕਿ ਜਿਹੜਾ ਤੁਹਾਨੂੰ ਗੇਮ ਛੱਡਣੀ ਪੈ ਗਈ? ਇਹ ਕਿ ਮਹੀਨੇ ਦਾ 50-60 ਹਜ਼ਾਰ ਰੁਪਈਆ ਖਰਚਾ ਆ ਜਾਂਦਾ ਸੀ ਗੇਮ ਦਾ, ਇਹ ਕਰਕੇ ਫਿਰ ਮੈਂ ਗੇਮ ਛੱਡਣੀ ਪਈ। ਤਾਂ 50-60 ਹਜ਼ਾਰ ਰੁਪਈਆ ਪਹਿਲਾਂ ਫਿਰ ਉਹ ਤੁਸੀਂ ਘਰੋਂ ਲੈਂਦੇ ਸੀ ਜਾਂ ਤੁਹਾਨੂੰ ਕੋਈ ਬਾਹਰ ਕੋਈ ਰੁਜ਼ਗਾਰ ਹੋਰ ਵੀ ਸੀ ਜਿਹੜਾ ਤੁਹਾਨੂੰ ਕੋਈ ਆਮਦਨ ਦਾ ਸਰੋਤ ਹੈਗਾ ਸੀ ਕਿ ਜਿਹੜਾ ਤੁਸੀਂ ਇੰਨਾ ਖਰਚਾ ਕਰਦੇ ਸੀ? ਇਹ ਜੀ ਮੈਂ ਆਪਣੇ ਫਾਦਰ ਸਾਹਿਬ ਕੋਲ ਲੈਂਦਾ ਸੀ, ਹੋਰ ਤਾਂ ਕਦੀ ਕਿਸੇ ਨੇ ਕੋਈ ਨਹੀਂ ਕਰੀ ਦਿੱਤਾ। ਸਾਡੇ ਖੇਤੀਬਾੜੀ ਤੋਂ ਜੋ ਵੀ ਆਮਦਨ ਹੁੰਦੀ ਸੀ ਉਹ ਮੈਨੂੰ ਖਰਚਾ ਦਿੰਦੇ ਸੀ। ਤਾਂ ਕੀ ਲੱਗਦਾ ਹੈ ਸਰਕਾਰਾਂ ਵੱਲੋਂ ਅਣਗੌਲਿਆ ਕਿਉਂ ਕੀਤਾ ਗਿਆ? ਕਿਉਂਕਿ ਸਰਕਾਰਾਂ ਵੱਲੋਂ ਦਾਅਵੇ ਕੀਤੇ ਜਾਂਦੇ ਆ ਕਿ ਜਿਹੜਾ ਇਹ ਸਪੋਰਟਸਮੈਨ ਨੂੰ ਜਿਹੜਾ ਹੈ ਉੱਪਰ ਚੁੱਕਣ ਦੀਆਂ ਸਰਕਾਰਾਂ ਗੱਲ ਕਰਦੀ ਆ, ਔਰ ਉਹਨਾਂ ਵੱਲੋਂ ਇੱਕ ਮੈਸੇਜ ਦਿੱਤਾ ਜਾਂਦਾ ਕਿ ਨਸ਼ਿਆਂ ਨੂੰ ਛੱਡੋ, ਗੇਮ ਦੇ ਵਿੱਚ ਤੁਸੀਂ ਆਪਣੀ ਰੁਚੀ ਵਿਖਾਓ, ਪਾਰਟੀਸਪੇਟ ਦਿਖਾਓ। ਔਰ ਤੁਹਾਡੇ ਹਲਕੇ ਦੀ ਗੱਲ ਕਰੀਏ ਤਾਂ ਇੱਥੇ ਵੀ ਕਾਫੀ ਸਟੇਡੀਅਮ ਸਰਕਾਰ ਵੱਲੋਂ ਬਣਾਏ ਜਾ ਰਹੇ ਆ। ਹਾਂਜੀ, ਸਟੇਡੀਅਮ ਤੇ ਬਣਾਈ ਜਾਂਦੇ, ਜੇ ਪਲੇਅਰ ਦਾ ਫਿਊਚਰ ਸੇਫ ਨਹੀਂ ਹੈ ਤੇ ਉਹ ਕਿੱਦਾਂ ਗੇਮ ਕਰੂਗਾ ਜੀ? ਜੇ ਉਹਨੂੰ ਫਾਈਨੈਂਸ਼ਲੀ ਸਪੋਰਟ ਹੀ ਨਹੀਂ ਕਰਨਗੇ, ਘਰੋਂ ਕਿੰਨਾ ਖਰਚਾ ਲਾਊਗੇ? ਜਿਹੜਾ ਕੋਈ ਵੀ ਪਲੇਅਰ ਤਗੜਾ ਤਿਆਰ ਹੁੰਦਾ ਉਹ ਹਰ ਕੋਈ ਮਿਡਲ ਕਲਾਸ ਜਾਂ ਲੋ ਕਲਾਸ ਦਾ ਹੁੰਦਾ, ਉਹ ਕਿੰਨਾ ਖਰਚਾ ਘਰੋਂ ਲਾਊ? ਕੁਝ ਸਮਾਂ ਲਾਊਗਾ ਘਰੋਂ ਖਰਚਾ। ਜੇ ਨਹੀਂ ਕੋਈ ਉਹਨੂੰ ਫਾਈਨੈਂਸ਼ਲੀ ਸਪੋਰਟ ਹੁੰਦੀ ਜਾਂ ਨਹੀਂ ਜੋਬ ਮਿਲਦੀ, ਉਹ ਫਿਰ ਆਪਣੀ ਗੇਮ ਛੱਡ ਦੂਗਾ, ਕਿਉਂਕਿ ਉਹਨੇ ਆਪਣੀ ਫੈਮਿਲੀ ਵੀ ਦੇਖਣੀ, ਸਾਰਾ ਕੁਝ ਦੇਖਣਾ ਹੈ। ਇਹ ਕਰਕੇ ਫਿਰ ਸਾਰਿਆਂ ਗੇਮ ਛੱਡਣੀ ਪੈਂਦੀ ਹੈ।
ਤਾਂ ਕਿਸ ਤਰ੍ਹਾਂ ਜਾਂਦੇ ਤੁਸੀਂ, ਜਿਵੇਂ ਤੁਹਾਡਾ ਜਿਹੜਾ ਪਿੰਡ ਹੈਗਾ ਆ ਉਹ ਕਾਫੀ ਪਛੜਿਆ ਹੋਇਆ ਲੱਗਦਾ, ਤਾਂ ਗੇਮ ਕਰਨ ਫਿਰ ਕਿਸ ਤਰ੍ਹਾਂ ਜਾਂਦੇ ਸੀ ਤੁਸੀਂ? ਮੈਂ ਜੀ ਇੱਥੋਂ ਸਵੇਰੇ 3 ਵਜੇ ਸਾਈਕਲ ਲੈ ਕੇ ਤੇ ਮਾਤਾ ਜੀ ਮੇਰੇ ਰੋਟੀ ਬੰਨ੍ਹ ਦਿੰਦੇ ਸੀ। ਉਹ ਲੈ ਕੇ ਇੱਥੋਂ 12-13 ਕਿਲੋਮੀਟਰ ਚਗਾਵਾਂ ਸੀ। ਉਹ ਸਾਈਕਲ 'ਤੇ ਜਾਣਾ, ਉੱਥੋਂ ਫਿਰ ਬੱਸ ਲੈਣੀ, ਫਿਰ ਅੰਮ੍ਰਿਤਸਰ ਜਾਣਾ। ਅਤੇ ਇੱਦਾਂ ਹੀ ਫਿਰ ਉੱਥੋਂ ਸ਼ਾਮ ਨੂੰ ਆਉਣਾ, ਹਨੇਰੇ 9-10 ਵੱਜ ਜਾਣੇ ਵਾਪਸ ਆਉਂਦੇ, ਪ੍ਰੈਕਟਿਸ ਕਰਕੇ ਤੇ ਫਿਰ ਆਉਣਾ ਵਾਪਸ ਸਾਈਕਲ 'ਤੇ ਹੀ ਵਾਪਸ ਘਰ। ਹਾਂਜੀ, ਤੇ ਨਾ ਤਾਂ ਇੱਥੋਂ ਕੋਈ ਬੱਸ ਜਾਂਦੀ ਸੀ ਨਾ ਕੁਝ, ਤੇ 12-13 ਕਿਲੋਮੀਟਰ ਮੈਨੂੰ ਸਾਈਕਲ 'ਤੇ ਜਾਣਾ ਪੈਂਦਾ ਸੀ। ਤਾਂ ਫਿਰ ਜਦੋਂ ਦੀ ਗੇਮ ਛੱਡੀ ਤੇ ਤੁਹਾਡੇ ਜਿਹੜੇ ਪੇਰੈਂਟਸ ਹੈਗੇ ਨੇ ਜਾਂ ਤੁਹਾਡੇ ਸੱਜਣ ਮਿੱਤਰ ਨਾਲ ਗੇਮ ਕਰਦੇ ਹੋਣਗੇ, ਤਾਂ ਉਹਨਾਂ ਨੇ ਤੁਹਾਨੂੰ ਕਿਹਾ ਨਹੀਂ ਕਿ ਨਾ ਗੇਮ ਛੱਡ, ਵੇਖ ਲਾ ਕੁਝ ਸਮਾਂ ਹੋਰ ਉਡੀਕ ਕਰ ਲਾ, ਸ਼ਾਇਦ ਕਿਤੇ ਨਾ ਕਿਤੇ ਸਰਕਾਰ ਵੱਲੋਂ ਜਿਹੜਾ ਕੋਈ ਸਰਕਾਰੀ ਨੌਕਰੀ ਜਾਂ ਕੋਈ ਹੋਰ ਤੁਹਾਡਾ ਹੀਲਾ ਵਸੀਲਾ ਕਰ ਦਿੱਤਾ ਜਾਏ? ਹਾਂਜੀ, ਬਥੇਰਾ ਚਿਰ ਵੇਖਿਆ ਜੀ, 12 ਸਾਲ ਕੀਤੀ ਗੇਮ ਮੈਂ। ਕੁਛ ਸਮਾਂ ਪਹਿਲਾਂ ਹੀ ਛੱਡਣ ਲੱਗੇ, ਬਾਅਦ 'ਚ ਕਹਿੰਦੇ ਸੀ ਇੱਦਾਂ। ਫਿਰ ਥੋੜ੍ਹਾ ਚਿਰ ਹੋਰ ਘਰਦਿਆਂ ਕੋਲ ਕਿਹਾ ਕਿ ਚਲੋ 1-2 ਸਾਲ ਹੋਰ ਦੇ ਦਿਓ ਕਿ ਗੇਮ ਕਰ ਲਈਏ, ਪਰ ਇਹ ਕਿ ਫਿਰ ਵੀ ਕੋਈ ਜੋਬ ਨਹੀਂ ਮਿਲੀ। ਫਿਰ ਹੁਣ ਸਾਰਾ ਖਰਚਾ ਕਿੰਨਾ ਚਿਰ ਲੱਗਦਾ ਜੀ ਘਰੋਂ, ਫਿਰ ਕਹਿੰਦੇ ਸਾਡੇ ਕੋਲ ਖਰਚਾ ਨਹੀਂ ਹੁਣ, ਇਹ ਕਰਕੇ ਫਿਰ ਮੈਨੂੰ ਗੇਮ ਛੱਡਣੀ ਪਈ। ਤਾਂ ਕਿਸ ਤਰ੍ਹਾਂ ਇਸ ਗੇਮ ਵੱਲ ਤੁਹਾਨੂੰ ਕਿਸ ਨੇ ਪ੍ਰੇਰਿਤ ਕੀਤਾ? ਮਤਲਬ ਮਾਪਿਆਂ ਨੇ ਕਿਹਾ ਜਾਂ ਕੋਈ ਤੁਸੀਂ ਵੈਸੇ ਕਿਸੇ ਨੂੰ ਵੇਖ ਕੇ ਜਿਹੜਾ ਆ ਤੁਹਾਡਾ ਵੀ ਮਨ ਦੇ ਵਿੱਚ ਆਇਆ ਕਿ ਮੈਂ ਵੀ ਇਹ ਗੇਮ ਕਰਾਂ? ਕਿਸ ਤਰ੍ਹਾਂ ਤੁਹਾਡਾ ਧਿਆਨ ਗਿਆ ਇੱਧਰ? ਮੇਰਾ ਜੀ ਫਾਦਰ ਸਾਹਿਬ ਨੂੰ ਸ਼ੌਂਕ ਸੀ ਕਿ ਕਬੱਡੀ ਖੇਡਦਾ, ਪਹਿਲਾਂ ਮੈਂ ਕਬੱਡੀ ਖੇਡੀ, ਫਿਰ ਭਲਵਾਨੀ ਕੀਤੀ, ਅਤੇ ਇਹਨਾਂ ਨੂੰ ਇਹ ਹੀ ਚਲੋ ਸਾਡਾ ਬੱਚਾ ਭਲਵਾਨ ਬਣ ਜਾਊਗਾ। ਫਿਰ ਮੈਂ ਅੰਮ੍ਰਿਤਸਰ ਗਿਆ, ਉੱਥੇ ਗੇਮ ਵੇਖੀ, ਵੇਟ ਲਿਫਟਿੰਗ ਹੁੰਦੀ ਹੈ। ਫਿਰ ਉੱਥੇ ਮੈਂ ਗੇਮ ਕਰਨ ਲੱਗ ਪਿਆ ਵੇਟ ਲਿਫਟਿੰਗ। ਫਿਰ ਉਹਲੇ ਪ੍ਰੋਫੈਸ਼ਨਲ ਹੋ ਗਏ, ਡਿਸਟ੍ਰਿਕਟ ਲੈਵਲ ਤੋਂ ਮੈਂ ਇੰਟਰਨੈਸ਼ਨਲ ਲੈਵਲ ਖੇਡਿਆ। ਇਹਨਾਂ ਨੂੰ ਇਹ ਕਿ ਚਲੋ ਫਿਊਚਰ ਸੇਵ ਹੋ ਜਾਊਗਾ, ਜੋਬ ਮਿਲ ਜੂਗੀ, ਇੱਕ ਬੱਚਾ ਨਸ਼ਿਆਂ ਤੋਂ ਬਚਿਆ ਰਹਿੰਦਾ, ਇੱਕ ਸਰੀਰ ਬਚਿਆ ਰਹੂਗਾ। ਇਹ ਕਰਕੇ ਫਿਰ ਗੇਮ ਇੱਦਾਂ ਹੀ ਸ਼ੁਰੂ ਕੀਤੀ। ਤਾਂ ਜਦ ਤੁਸੀਂ ਇੰਟਰਨੈਸ਼ਨਲ ਦੇ ਵਿੱਚ ਖੇਡ ਕੇ ਆਉਂਦੇ ਹੋ, ਤਾਂ ਤੁਹਾਨੂੰ ਉਹ ਜਦੋਂ ਤੁਸੀਂ ਜਿੱਤ ਕੇ ਆਉਂਦੇ ਹੋ, ਤਾਂ ਉਦੋਂ ਤੁਹਾਨੂੰ ਜਿਹੜਾ ਕਿਸੇ ਨੇ ਸਨਮਾਨਿਤ ਕੀਤਾ ਹੋਣਗੇ ਇੱਥੇ? ਨਹੀਂ ਜੀ, ਕਿਸੇ ਨੇ ਸਨਮਾਨਿਤ ਨਹੀਂ ਕੀਤਾ। ਜਿਹੜੇ ਬਾਕੀ ਸਟੇਟਾਂ ਦੇ ਬੱਚੇ ਸੀ, ਉਹਨਾਂ ਦੇ ਮੰਤਰੀ ਉਹਨਾਂ ਨੂੰ ਲੈਣ ਆਏ ਸਾਰੇ। ਅਸੀਂ ਉਦੋਂ ਸਾਨੂੰ ਕੋਈ ਨਹੀਂ ਲੈਣ ਆਇਆ। ਅਸੀਂ ਦਿੱਲੀ ਉਤਰੇ ਏਅਰਪੋਰਟ 'ਤੇ, ਉੱਥੋਂ ਆਪਣੇ ਬੱਸ ਲਈ, ਬੱਸ ਲੈ ਕੇ ਤਾਂ ਅਸੀਂ ਅੰਮ੍ਰਿਤਸਰ ਆ ਗਏ। ਸਾਨੂੰ ਕਿਸੇ ਨੇ ਕੋਈ ਸਨਮਾਨਿਤ ਨਹੀਂ ਕੀਤਾ, ਕਿਸੇ ਨੇ ਕੁਝ ਨਹੀਂ ਪੁੱਛਿਆ। ਤਾਂ ਫਿਰ ਕਿੰਨੀ ਕੁ ਮਾਯੂਸੀ ਤੁਹਾਨੂੰ ਜਿਹੜੀ ਫੀਲ ਹੋਈ? ਕਿਉਂਕਿ ਇੱਕ ਜਿਹੜਾ ਸਪੋਰਟਸਮੈਨ ਹੈ, ਬਹੁਤ ਮਿਹਨਤ ਹੁੰਦੀ ਆ ਉਹਦੀ। ਜਿਵੇਂ ਤੁਸੀਂ ਦੱਸਿਆ ਕਿ ਸਵੇਰੇ 3 ਵਜੇ ਉੱਠ ਕੇ ਰੋਟੀਆਂ ਪੈਕ ਕਰਾ ਕੇ ਸਾਈਕਲ 'ਤੇ ਜਾਣਾ, ਬੱਸ ਫੜਨੀ, ਫਿਰ ਲੇਟ ਨਾਈਟ ਵੀ ਘਰ ਆਉਣਾ। ਤਾਂ ਕਿੰਨੀ ਕੁ ਮਾਯੂਸੀ ਜਿਹੜੀ ਆ ਫਿਰ ਫੀਲ ਹੁੰਦੀ ਸੀ ਤੁਹਾਨੂੰ? ਇਹ ਬੜਾ ਬੁਰਾ ਲੱਗਦਾ ਸੀ ਕਿ ਬੜੀ ਮਾਯੂਸੀ ਹੁੰਦੀ ਸੀ ਕਿ ਸਾਨੂੰ ਕੋਈ ਪੁੱਛ-ਗਿੱਛ ਹੀ ਨਹੀਂ ਹੈਗੀ। ਚਲੋ ਗਾਂਹ ਹੋ ਜੂਗੀ, ਜੋਬ ਮਿਲ ਜੂਗੀ, ਚਲੋ ਆਪਣਾ ਗਾਂਹ ਹੋਰ ਵਧੀਆ ਗੇਮ ਕਰ ਲਾਂਗੇ, ਪਰ ਨਾ ਤਾਂ ਬਾਅਦ 'ਚ ਜੋਬ ਮਿਲੀ, ਨਾ ਕੋਈ ਫਾਈਨੈਂਸ਼ੀਅਲੀ ਸਪੋਰਟ ਮਿਲੀ, ਅਤੇ ਇਹ ਕਰਕੇ ਫਿਰ ਸਾਨੂੰ ਗੇਮ ਛੱਡਣੀ ਪਈ। ਤਾਂ ਕੀ ਤੁਸੀਂ ਫਿਰ ਆਉਣ ਵਾਲੇ ਸਮੇਂ 'ਚ ਆਪਣੇ ਬੱਚਿਆਂ ਨੂੰ ਸਪੋਰਟਸ ਵੱਲ ਪਾਓਗੇ? ਨਹੀਂ ਜੀ, ਜੇ ਮੈਨੂੰ ਜੋਬ ਮਿਲੀ ਹੁੰਦੀ, ਫਿਰ ਮੇਰੇ ਵੱਲ ਵੇਖ ਕੇ ਹੋਰ ਵੀ ਮੇਰੇ ਪਿੰਡ ਤੋਂ ਕੋਈ ਹੋਰ ਹੁੰਦੇ ਬੱਚੇ ਤਿਆਰ ਕਰਦਾ ਮੈਂ, ਹੋਰ ਬੱਚੇ ਗੇਮ ਕਰਦੇ। ਹੁਣ ਤਾਂ ਇਹੋ ਹੀ ਹੈ ਕਿ ਮੇਰੇ ਵੱਲ ਵੇਖ ਕੇ ਕੁਝ ਇਹਨੇ ਵੀ ਨਹੀਂ ਜਾਣਾ ਕਿ ਉਹਨੂੰ ਤਾਂ ਕੁਝ ਨਹੀਂ ਮਿਲਿਆ, ਇੰਨਾ ਖੇਡ ਕੇ ਵੀ ਕੁਝ ਨਹੀਂ, ਜੋਬ ਨਹੀਂ ਮਿਲੀ, ਕੁਝ ਨਹੀਂ, ਇੱਥੇ ਹੀ ਆਪਣਾ ਕੰਮ ਕਰਦਾ ਫਿਰਦਾ। ਇਹਨੂੰ ਚੰਗਾ ਨਹੀਂ ਅਸੀਂ ਪਹਿਲਾਂ ਹੀ ਆਪਣਾ ਉਹੀ ਕੰਮ ਕਰੀਏ, ਜੇ ਨਹੀਂ ਤਾਂ ਇੰਨਾ ਖਰਚਾ ਕਰਕੇ ਕੁਝ ਨਹੀਂ ਮਿਲਣਾ। ਤਾਂ ਤੁਹਾਡੇ ਤੋਂ ਇਲਾਵਾ ਪਰਿਵਾਰ ਦੇ ਵਿੱਚ ਕੋਈ ਹੋਰ ਕੋਈ ਸਪੋਰਟਸ ਦੇ ਵਿੱਚ ਹੈ? ਹਾਂਜੀ, ਮੇਰਾ ਬ੍ਰਦਰ ਹੈ ਛੋਟਾ, ਉਹ ਕਬੱਡੀ ਖੇਡਦਾ ਹੈ। ਹਾਂਜੀ, ਅਤੇ ਹੁਣ ਸਾਡਾ ਤਾਂ ਇਹਦਾ ਵਿਚਾਰ ਹੈ ਕਿ ਉਹਨੂੰ ਵੀ ਛਡਾ ਦਈਏ, ਕੋਈ ਫਾਇਦਾ ਨਹੀਂ ਹੈ ਉਹਦਾ ਵੀ, ਕਿਉਂਕਿ ਜੇ ਸੱਟ ਲੱਗ ਗਈ ਜਾਂ ਕੁਝ ਵੀ, ਉਹਦਾ ਕਿਹੜਾ ਫਿਊਚਰ ਸੇਵ ਹੈ ਕੁਝ, ਨਾ ਕੋਈ ਜੋਬ ਕੁਝ। ਜੇ ਸੱਟ ਲੱਗ ਗਈ ਤਾਂ ਘਰ ਦੇ ਕੰਮ ਤੋਂ ਵੀ ਜਾਊ, ਇਹ ਕਰਕੇ ਸਾਡਾ ਇਰਾਦਾ ਨੂੰ ਗੇਮ ਛਡਾ ਦਈਏ। ਤਾਂ ਸਰਕਾਰ ਵੱਲੋਂ ਇਹ ਦਾਅਵਾ ਕੀਤਾ ਜਾਂਦਾ ਕਿ ਇਹ ਸਪੋਰਟਸਮੈਨ ਜਿਹੜੇ ਆ ਉਹਨਾਂ ਨੂੰ ਤਾਂ ਚੱਕਿਆ, ਕਾਫੀ ਉਹਨਾਂ ਨੂੰ ਨੌਕਰੀਆਂ ਦਿੱਤੀਆਂ, ਤਾਂ ਤੁਹਾਨੂੰ ਕਿਉਂ ਅਣਗੌਲਿਆ ਕੀਤਾ ਗਿਆ? ਇਹ ਪੰਜਾਬ, ਬਾਕੀ ਸਟੇਟਾਂ ਚਲੋ ਠੀਕ ਹੈ, ਜੋਬ ਹੈ ਸਭ ਹੈਗੀ ਆ, ਪਰ ਪੰਜਾਬ ਖਾਸ ਕਰ ਇੱਥੇ ਕਿਸੇ ਨੂੰ ਜੋਬ ਬਹੁਤ ਘੱਟ ਮਿਲਦੀ। ਇਹ ਜ਼ਿਆਦਾਤਰ ਗੱਲਾਂ ਹੀ ਕਰ ਛੱਡਦੇ, ਕੋਈ ਕੰਮ ਕੋਈ ਨਹੀਂ ਜੀ। ਸਪੋਰਟਸਮੈਨ ਚੁੱਕਿਆ ਹੁੰਦਾ ਰਿਹਾ, ਜੋਬਾਂ ਨਾ ਹੁੰਦੀਆਂ, ਕਈ ਪਲੇਅਰ ਵੇਖ ਲਓ, ਕਈ ਇੰਟਰਨੈਸ਼ਨਲ ਪਲੇਅਰ ਇਹੋ ਜਿਹੇ ਜਿਨ੍ਹਾਂ ਨੂੰ ਜੋਬ ਨਹੀਂ ਹੈਗੀ। ਤਾਂ ਤੁਸੀਂ ਤਾਂ ਤੁਹਾਡੇ ਕੋਲ ਤਾਂ ਜ਼ਮੀਨ ਸੀ, ਤੁਸੀਂ ਖੇਤੀਬਾੜੀ ਕਰਨੀ ਸ਼ੁਰੂ ਕਰਤੀ, ਤਾਂ ਜੇਕਰ ਜ਼ਮੀਨ ਨਾ ਹੁੰਦੀ ਤਾਂ ਫਿਰ ਤੁਸੀਂ ਕੀ ਕਰਨਾ ਸੀ? ਫਿਰ ਜੀ ਕੋਲੋਂ ਦਿਹਾੜੀ ਵਗੈਰਾ ਕਰਕੇ ਫਿਰ ਗੁਜ਼ਾਰਾ ਕਰਨਾ ਪੈਣਾ ਸੀ, ਕਿਉਂਕਿ ਅਸੀਂ ਤਾਂ ਚਲੋ ਖੇਤੀ ਜ਼ਮੀਨ ਹੈਗੀ ਆਪਣੀ, ਅਤੇ ਉੱਥੇ ਖੇਤੀ ਕਰਕੇ ਗੁਜ਼ਾਰਾ ਕਰਨ ਦੇ। ਜੇ ਕੋਲ ਨਹੀਂ ਹੈਗੀ, ਉਹ ਤਾਂ ਤੁਹਾਨੂੰ ਪਤਾ ਸੱਟ ਵੀ ਗੇਮ 'ਚ ਲੱਗੀ ਹੁੰਦੀ, ਨਾਲ ਦਿਹਾੜੀ ਕਰਨ ਜੋਗਾ ਵਿਚਾਰਾ, ਅਤੇ ਕੀ ਕਰ ਕੁਝ ਵੀ ਨਹੀਂ, ਬੜਾ ਔਖਾ ਹੋ ਜਾਣਾ ਸੀ ਉਹਦਾ ਗੁਜ਼ਾਰਾ ਜਿਹੜਾ। ਤਾਂ ਕੀ ਸੋਚਦੇ ਹੋ ਤੁਸੀਂ ਕਿ ਸਰਕਾਰਾਂ ਦਾ ਕੀ ਕਾਰਨ ਕੀ ਆ ਜਿਹੜਾ ਸਪੋਰਟਸਮੈਨ ਵੱਲ ਧਿਆਨ ਨਾ ਦੇਣਾ? ਸਰਕਾਰਾਂ ਜੀ ਇਹਨਾਂ ਦੇ ਆਪਣੇ ਬਸ ਪੋਲੀਟੀਕਲ ਕੰਮਾਂ 'ਚ ਉੱਧਰ ਹੀ ਧਿਆਨ ਹੈ, ਗੇਮ ਸਪੋਰਟਸਮੈਨ ਕਿਸੇ ਵੱਲ ਵੀ ਕੋਈ ਨਹੀਂ ਧਿਆਨ ਹੈ। ਸੋ ਇਹਨਾਂ ਦੇ ਪਿਤਾ ਜੀ ਨਾਲ ਵੀ ਤੁਹਾਡੀ ਗੱਲਬਾਤ ਕਰਾਉਂਦੇ ਆ। ਹਾਂਜੀ ਭਾਅ ਜੀ, ਕੀ ਕਹਿਣਾ ਚਾਹੁੰਦੇ ਹੋ ਜੀ? ਜਿਵੇਂ ਤੁਹਾਡੇ ਬੇਟੇ ਨੇ ਦੱਸਿਆ ਕਿ
12 ਸਾਲ ਗੇਮ ਕਰਨ ਤੋਂ ਬਾਅਦ ਵੀ ਅੱਜ ਤੱਕ ਸਰਕਾਰ ਵੱਲੋਂ ਕਿਸੇ ਵੀ ਸਰਕਾਰ ਵੱਲੋਂ ਇਹਨਾਂ ਦੀ ਬਾਂਹ ਨਹੀਂ ਫੜੀ ਗਈ। ਅਸੀਂ ਤਾਂ ਇਹੋ ਕਹਿਣਾ ਚਾਹਾਂਗੇ ਵੀ ਜਿਹੜੇ ਸਰਕਾਰ ਕਹਿੰਦੀ ਆ ਵੀ ਮਤਲਬ ਗੇਮਾਂ ਖਿਡਾਰੀ ਬਣੋ, ਆਪਣੇ ਉਹਨਾਂ ਕੋਈ ਖੇਡਾਂ ਖੇਡੋ ਤੇ ਨਸ਼ਿਆਂ 'ਚ ਬਚੇ ਰਹਿਣਗੇ, ਪਰ ਇਹ ਆ ਵੀ ਖੇਡਣ ਦਾ ਕੀ ਫਾਇਦਾ ਨਾ ਜੇ ਮਤਲਬ ਕੋਈ ਸਰਕਾਰ ਸਹੂਲਤ ਨਹੀਂ ਮਿਲਣੀ, ਨਾ ਕੋਈ ਨੌਕਰੀ ਮਿਲਣੀ ਆ, ਤੇ ਫਿਰ ਗੱਲ ਕਰਦੀ ਵੀ ਮਤਲਬ ਬੱਚਾ ਖਾਊਗੀ ਦੂਜੀ ਮਾਰੀ ਡਾਈਟ ਕਿੱਥੋਂ ਖਾਊਗਾ। ਤਾਂ ਜਿਵੇਂ ਤੁਹਾਡੇ ਬੇਟੇ ਨੇ ਦੱਸਿਆ ਕਿ 50-60 ਹਜ਼ਾਰ ਰੁਪਇਆ ਮਹੀਨਾ ਜਿਹੜਾ ਹੈ ਡਾਈਟ ਤੇ ਜਾਂਦਾ ਸੀ, ਤਾਂ ਫਿਰ ਹਰ ਕੋਈ ਮਾਂ ਪਿਓ ਇਹੀ ਸੋਚਦਾ ਕਿ ਮੈਂ ਬੱਚੇ ਦੇ ਉੱਤੇ ਇੰਨਾ, ਜਿਸ ਤਰ੍ਹਾਂ ਜੇ ਆਪਾਂ ਸਟੱਡੀ ਵੀ ਕਰਾਉਂਦੇ ਤੇ ਸੋਚਦਾ ਕੱਲ੍ਹ ਨੂੰ ਕੋਈ ਨਾ ਕੋਈ ਆਫੀਸਰ ਬਣੂਗਾ, ਤਾਂ ਤੁਸੀਂ ਵੀ ਇੰਨੇ ਪੈਸੇ ਜਿਹੜੇ ਆਪਣੇ ਬੱਚੇ ਨੂੰ ਡਾਈਟ ਲਈ ਦੇ ਦਿੰਦੇ ਸੀ, ਤਾਂ ਕਿੰਨਾ ਕੁ ਦੁੱਖ ਮਹਿਸੂਸ ਹੁੰਦਾ ਹੈ ਕਿ ਬੱਚੇ ਨੇ ਇੰਨੇ ਸਾਲ ਗੇਮ ਕਰਨ ਦੇ ਬਾਵਜੂਦ ਅੱਜ ਜਿਹੜਾ ਉਹਨੂੰ ਫਿਰ ਮੁੜ ਕੇ ਖੇਤੀਬਾੜੀ ਦਾ ਧੰਦਾ ਹੀ ਅਪਣਾਉਣਾ ਪਿਆ। ਬਹੁਤ ਜ਼ਿਆਦਾ ਮਹਿਸੂਸ ਹੁੰਦਾ ਜੀ, ਬਹੁਤ ਜ਼ਿਆਦਾ, ਕਿਉਂ ਵੀ ਜੋ ਸਾਰਾ ਜਿਹੜੀ ਸਾਡੀ ਪਿਛਲੀ ਕੀਤੀ ਕਮਾਈ ਸੀ ਉਹ ਵੀ ਸਾਰੀ ਇਹ 'ਤੇ ਲਾਤੀ, ਇਹ 'ਤੇ ਖਵਾ ਕੇ ਪਿਆ ਕੇ ਤੇ ਕੋਈ ਹਾਸਲ ਨਹੀਂ ਹੋਇਆ। ਕਿਸੇ ਸਰਕਾਰ ਨੇ ਕੋਈ ਮਾਣ ਸਨਮਾਨ ਨਾ ਨੌਕਰੀ ਦਿੱਤੀ, ਜੋ ਕੁਝ ਸਾਡਾ ਪਹਿਲਾਂ ਇਹ ਸਾਰਾ ਕੋਈ ਪੈਸਾ ਇਕੱਠਾ ਸੀ ਉਹ ਸਾਰਾ ਮੰਨ ਲਓ ਗੱਲ ਕਰੀ ਵੀ ਇਹਦੇ 'ਤੇ ਅਸੀਂ ਲਾ ਚੁੱਕੇ ਹਾਂ। ਅਸੀਂ ਸੋਚਿਆ ਸੀ ਚਲੋ ਇਹਦੀ ਜ਼ਿੰਦਗੀ ਬਣ ਜੂਗੀ, ਕੋਈ ਨਾ ਕੋਈ ਨੌਕਰੀ ਮਿਲ ਜੂ, ਸਰਵਿਸ ਮਿਲ ਜੂ, ਚਲੋ ਆਪਣੀ ਰੋਟੀ 'ਤੇ ਲੱਗ ਜਾਏਗਾ। ਤਾਂ ਹੁਣ ਕੀ ਤੁਸੀਂ ਸੋਚਦੇ ਹੋ, ਜਿਸ ਤਰ੍ਹਾਂ ਤੁਹਾਡੇ ਬੇਟੇ ਨੇ ਦੱਸਿਆ ਕਿ ਛੋਟਾ ਬੇਟਾ ਜਿਹੜਾ ਉਹ ਵੀ ਕਬੱਡੀ ਖੇਡ ਰਿਹਾ? ਹਾਂਜੀ ਖੇਡਦਾ, ਪਰ ਹੁਣ ਉਹਨੂੰ ਵੀ ਅਸੀਂ ਇਹੋ ਹੀ ਗੱਲ ਕਹਾਂਗੇ ਵੀ ਤੂੰ ਛੱਡ ਦੇ, ਕੋਈ ਸੱਟ ਪਿੱਟ ਲੱਗ ਗਈ ਤੇ ਆਪਣੀ ਵਾਈ ਤੋਂ ਵੀ ਜਾਂਦਾ ਰਹੇਗਾ, ਆਪਣੇ ਕੰਮ ਧੰਦੇ ਤੋਂ ਵੀ ਜਾਂਦਾ ਰਹੇਗਾ, ਕੋਈ ਫਾਇਦਾ ਨਹੀਂ ਗੇਮਾਂ 'ਚ। ਤਾਂ ਕੀ ਕਾਰਨ ਕੀ ਆ? ਕਿਉਂਕਿ ਤੁਹਾਡੇ ਜੇ ਹਲਕੇ ਦੀ ਗੱਲ ਕਰੀ ਤਾਂ ਅਸੀਂ ਸਟੇਡੀਅਮ ਵੀ ਅਸੀਂ ਦੇਖੇ ਜਦ ਆ ਰਹੇ ਸੀ, ਤਾਂ ਸਟੇਡੀਅਮ ਬਣ ਰਿਹਾ ਰਸਤੇ ਦੇ ਵਿੱਚ, ਤਾਂ ਕੀ ਇੱਕ ਤਰਫ ਤਾਂ ਸਰਕਾਰ ਸਟੇਡੀਅਮ ਬਣਵਾ ਰਹੀ, ਤਾਂ ਦੂਸਰੀ ਤਰਫ ਜਿਹੜਾ ਤੁਹਾਡਾ ਲੜਕਾ ਆ ਇੰਨੇ ਸਾਲ ਗੇਮ ਕਰਨ ਦੇ ਬਾਅਦ ਵੀ ਜਿਹੜਾ ਆ ਕਿਸੇ ਵੀ ਸਰਕਾਰ ਵੱਲੋਂ ਇਹਨਾਂ ਦੀ ਬਾਂਹ ਨਹੀਂ ਫੜੀ ਗਈ। ਇਹ ਸਰਕਾਰਾਂ ਭਾਜੀ ਖੋਖਲੇ ਦਾਅਵੇ ਕਰਦੀਆਂ, ਸਟੇਡੀਅਮ ਬਣਾ ਦੇਣਗੇ ਤਾਂ ਕੀ ਕਰੂੰਗਾ? ਸਟੇਡੀਅਮ 'ਚ ਜੇ ਕੋਈ ਖੇਡਣ ਵਾਲਾ ਹੀ ਨਾ ਹੋਊਗਾ ਤਾਂ ਕੀ ਕਰੂੰਗੇ? ਸਟੇਡੀਅਮ ਖਾਲੀ ਪਏ ਨੇ, ਤੇ ਕੋਈ ਬੱਚਾ ਤਾਂ ਹੀ ਖੇਡੂਗਾ ਨਾ ਜੇ ਉਹਨੂੰ ਕੋਈ ਸਹੂਲਤ ਮਿਲੂਗੀ, ਪਤਾ ਲੱਗੂਗਾ ਵੀ ਫਲਾਣੇ ਬੰਦੇ ਨੂੰ ਸਹੂਲਤ ਮਿਲੀ ਆ, ਨੌਕਰੀ ਮਿਲੀ ਆ, ਕੋਈ ਮੁਸਲਮਾਨ ਹੋਇਆ ਹੈ, ਫਿਰ ਹੀ ਦੂਸਰੇ ਬੰਦੇ 10 ਬੰਦੇ ਹੋਰ ਖੇਡਣਗੇ। ਤੇ ਜੇ ਉਹਨਾਂ ਨੂੰ ਪਤਾ ਵੀ ਇੱਥੇ ਕੁਛ ਇਸ ਪੰਜਾਬ ਦੇ ਵਿੱਚ ਕੋਈ ਸਨਮਾਨ ਨਹੀਂ ਕੋਈ ਗੱਲ ਨਹੀਂ, ਬਾਅਦ ਸਟੇਡੀਅਮ ਖਾਲੀ ਪਏ ਨੇ ਸਾਰੇ, ਕੋਈ ਫਾਇਦਾ ਹੀ ਨਹੀਂ ਖੇਡਣ ਦਾ। ਕੀ ਤੁਸੀਂ ਉਸ ਨੌਜਵਾਨਾਂ ਨੂੰ ਤੁਸੀਂ ਠੀਕ ਮੰਨਦੇ ਹੋ ਜਿਹੜੇ +2 ਕਰਕੇ ਉਹ ਬਾਹਰ ਚਲੇ ਜਾਂਦੇ ਆ? ਠੀਕ ਨੇ ਆਪਣੀ ਜਗ੍ਹਾ 'ਤੇ? ਬਿਲਕੁਲ ਠੀਕ ਜੇ ਆਪਣੇ, ਕਿਉਂ ਇਹਦੇ ਪੰਜਾਬ ਦੇ ਵਿੱਚ ਤੇ ਹੁਣ ਮਤਲਬ ਰੋਟੀ ਟੁੱਕ ਦਾ ਕੰਮ ਰਹਿ ਹੀ ਨਹੀਂ ਗਿਆ। ਹੁਣ ਇਹੋ ਹੀ ਆ ਵੀ ਹਰ ਬੱਚਾ ਇਹ ਸੋਚਦਾ ਵੀ ਮੈਂ ਆਪਣਾ +2 ਕਰਾਂ ਤੇ ਆਪਣੀ ਆਈਲੈਟਸ ਕਰਾਂ ਤੇ ਬਾਹਰ ਚਲ ਜਾ, ਕਿਉਂ ਉੱਥੇ 4 ਬੰਦੇ ਦੀ ਵੈਲਿਊ ਹੈਗੀ ਆ, ਉਹ ਬਾਹਰ ਵੈਲਿਊ ਆ, ਚਲੋ 4 ਪੈਸੇ ਵੀ ਹੈਗੇ ਆ, ਤੇ ਇਹੋ ਹਰ ਕੋਈ ਬੰਦਾ ਸੋਚਦਾ ਵੀ ਮੈਂ ਆਪਣੀ ਮਿਹਨਤ ਕਰਕੇ ਤੇ ਉੱਥੇ ਆਪਣਾ ਰੋਜੀ ਟੋਟੀ ਦਾ ਕੰਮ ਕਰਾਂ। ਆਉਣ ਵਾਲੇ ਸਮੇਂ 'ਚ ਤੁਸੀਂ ਵੀ ਆਪਣੇ ਬੱਚਿਆਂ ਨੂੰ ਫਿਰ ਬਾਹਰ ਭੇਜੋਗੇ? ਹਾਂਜੀ ਹੁਣ ਫਿਰ ਇਹੋ ਹੀ ਆ ਕਰਾਂਗੇ। ਛੋਟੇ ਨੂੰ ਮੈਂ ਹੁਣੇ ਆਖਣ ਦਿਆ ਵੀ ਮਤਲਬ ਇਹਨੂੰ ਨਹੀਂ ਉਹਦੀ ਕਬੱਡੀ ਛਡਾ ਕੇ ਉਹਨੂੰ ਬਾਹਰ ਭੇਜਣ ਦੇਣਾ। ਹਾਂਜੀ ਤੇ ਵੱਡੇ ਤੋਂ ਵੀ ਆਖਿਆ ਵੀ ਚਲ ਤੂੰ ਆਪਣਾ ਖੇਤੀਬਾੜੀ ਕਰ, ਚਲੋ ਆਪਣਾ ਘਰ ਤੇਰੇ ਕੋਲ ਰੋਟੀ ਦਾ ਜੁਗਾੜ ਹੈਗਾ। ਹਾਂਜੀ ਤਾਂ ਜੇ ਬੇਟੇ ਨੂੰ ਜੋਬ ਮਿਲ ਜਾਂਦੀ ਫਿਰ ਛੋਟਾ ਬੇਟਾ ਵੀ ਇੱਥੇ ਤੁਸੀਂ ਕਹਿਣਾ ਹੈ ਕਿ ਉਹ ਆਪਣੀ ਗੇਮ ਕਰੇ, ਉਹਨੂੰ ਵੀ ਫਿਰ ਜੋਬ ਮਿਲੇ? ਹਾਂਜੀ ਵੀ ਜੇ ਹੁਣ ਇਹਨੂੰ ਮਿਲਦੀ ਤੇ ਸਨਮਾਨ, ਇਹਦਾ ਮਾਣ ਸਨਮਾਨ ਹੁੰਦਾ, ਫਿਰ ਇਹ 'ਚੋਂ ਹੋਰ 10 ਬੰਦੇ ਅਸੀਂ ਇੱਕ ਛੋਟਾ ਵੀ ਹੋਇਆ ਸੀ, ਹੋਰ ਵੀ ਅਸੀਂ 4 ਬੰਦੇ ਮਤਲਬ ਗੱਲ ਕਰਦੀ ਵੀ ਸਾਡਾ ਪਿੰਡ ਮਤਲਬ ਇਹਦੇ ਨਾਲ ਮਤਲਬ ਇਹਨੂੰ ਵੇਖ ਕੇ ਹਰ 10 ਬੰਦੇ ਨਾਲ ਤੁਰਦੇ ਸੀ ਵੀ ਮਤਲਬ ਗੇਮ ਕਰਨੀ। ਜਦੋਂ ਪਤਾ ਲੱਗਾ ਵੀ ਇੱਥੇ ਨਾ ਕੋਈ ਨੌਕਰੀ ਆ, ਨਾ ਮਾਣ ਆ, ਸਨਮਾਨ ਆ, ਇਹ ਇੱਥੇ ਤੁਰਿਆ ਫਿਰਦਾ, ਤੇ ਉਹ ਦੂਜੇ ਵੇਖ ਕੇ ਸਗੋਂ ਉਹ ਵੀ ਆਂਦੇ ਵੀ ਉਹਦਾ ਕੁੱਖ ਨਹੀਂ ਬਣਿਆ, ਸਾਡਾ ਕੀ ਬਣਨਾ। ਕਿੰਨਾ ਕੁ ਲੱਗਦਾ ਤੁਹਾਨੂੰ ਅਪਰੋਕਸੀਮੇਟਲੀ ਮੈਂ ਪੁੱਛਾਂਗਾ ਵੀ ਜਦੋਂ ਦਾ ਗੇਮ ਕਰ ਰਿਹਾ ਬੇਟਾ, ਕਿੰਨਾ ਕੁ ਖਰਚਾ ਹੁਣ ਤੱਕ ਆ ਚੁੱਕਾ ਹੋਏਗਾ? ਤੇ ਖਰਚਾ ਵੇਖੋ ਜੀ 50,000 ਰੁਪਈਆ ਦਾ ਮਹੀਨਾ ਮਤਲਬ ਹਿਸਾਬ ਲਾ ਲਓ ਤੁਸੀਂ, ਮਹੀਨਾ ਆਉਂਦਾ ਸੀ, ਤੇ ਕਿੰਨੇ ਸਾਲਾਂ ਨੇ ਕੀਤੀ ਆ ਤੁਸੀਂ ਆਪ ਹੀ ਹਿਸਾਬ ਲਾ ਲਓ, ਲੱਖਾਂ ਦੇ ਹਿਸਾਬ ਨਾਲ ਮਤਲਬ ਖਰਚਾ ਆ ਜਾਂਦਾ ਜੀ, ਲੱਖਾਂ ਦੇ ਹਿਸਾਬ ਨਾਲ ਹੀ। ਹਾਂਜੀ ਸੋ ਇਹ ਸਨ ਕਰਨ ਪਹਿਲਵਾਨ, ਜਿਹੜੇ ਕਿ ਜਦ ਅਸੀਂ ਇਹਨਾਂ ਦੇ ਘਰ ਆਉਂਦੇ ਹਾਂ ਤਾਂ ਇੱਕ ਸਪੋਰਟਸਮੈਨ ਜਿਹੜਾ ਉਹ ਆਪਣੀ ਜ਼ਮੀਨ ਦੇ ਵਿੱਚ ਝੋਨਾ ਲਗਾ ਰਿਹਾ ਹੈ, ਔਰ ਸੋ ਇਹਨਾਂ ਦੇ ਪਿਤਾ ਜੀ ਨੇ ਵੀ ਦੱਸਿਆ ਕਿ ਬੇਟੇ ਦੇ ਉੱਤੇ ਲੱਖਾਂ ਰੁਪਏ ਇਸ ਦੀ ਖੁਰਾਕ ਦੇ ਉੱਤੇ ਲਗਾ ਦਿੱਤੇ ਗਏ, ਪਰ ਸਰਕਾਰ ਵੱਲੋਂ ਅੱਜ ਤੱਕ ਇਹਨਾਂ ਦੀ ਬਾਂਹ ਨਹੀਂ ਫੜੀ ਗਈ। ਜੋ ਬਣਦੀ ਸਰਕਾਰੀ ਨੌਕਰੀ ਸੀ ਉਹ ਨਹੀਂ ਦਿੱਤੀ ਗਈ। ਸੋ ਤੁਸੀਂ ਇਸ ਤਰ੍ਹਾਂ ਹੀ ਜੁੜੇ ਰਹੋ ਹਮਦਰਦ ਟੀਵੀ ਦੇ ਨਾਲ, ਤੁਹਾਨੂੰ ਨਵੀਂ ਤੋਂ ਨਵੀਂ ਅਪਡੇਟ ਦਿੰਦੇ ਰਹਾਂਗੇ। ਕੈਮਰਾਮੈਨ JP ਸਨੋਤਰਾ ਦੇ ਨਾਲ ਪ੍ਰਦੀਪ ਅਰੋੜਾ ਦੀ ਵਿਸ਼ੇਸ਼ ਰਿਪੋਰਟ।